ਮਨ ਕੇ ਸਾਥ ਸਖਾਪਨ ਧਾਰੈ। ਜਦੋਂ ਸੱਚੇ ਪਾਤਸ਼ਾਹ ਜੀ ਘੋੜੇ ਨੂੰ ਚਲਾਉਂਦੇ ਆ ਗਰੀਬ ਨਵਾਜ, ਸਤਿਗੁਰੂ ਜੀ ਜਿਵੇਂ ਆਪਣੇ ਮਨ ਵਿੱਚ ਇੱਛਾ ਕਰਦੇ ਆ ਗਰੀਬ ਨਵਾਜ, ਇਵੇਂ ਮਹਾਰਾਜ ਜੀ ਦੇ ਮਨ ਨਾਲ ਲੈ ਹੋ ਕਰਕੇ ਘੋੜਾ ਜਿਹੜਾ ਨਾ ਉਹ ਚੱਲਦਾ ਹੈ। ਜਿਵੇਂ ਜਾਣੋ ਕਿ ਮਨ ਨਾਲ ਹੀ ਸਖਾਪਨ ਧਾਰਨ ਕਰ ਰਿਹਾ, ਮਨ ਦੇ ਨਾਲ ਮਿੱਤਰਤਾ ਹੀ ਧਾਰਨ ਕਰਦਾ ਏ। ਜਨ ਚਪਲਾ ਕੋ ਚਪਰ ਸਿਖਾਰੈ। ਜਾਣਨਾ ਕਰੋ ਜਿਵੇਂ ਚੰਚਲ ਜਿਹੜੀ ਹੁੰਦੀ ਹੈ ਨਾ ਬਿਜਲੀ, ਉਹਨੂੰ ਹੀ ਚੰਚਲਤਾ ਹੀ ਸਿਖਾ ਰਿਹਾ ਹੋਵੇ। ਇੰਨਾ ਚੰਚਲ ਵੈ ਘੋੜਾ, ਬਿਜਲੀ ਜਦੋਂ ਲਿਸ਼ਕਦੀ ਹੈ ਜਿੰਨਾ ਚਿਰ ਨੂੰ ਉਹਦੇ ਲਿਸ਼ਕ ਪੈਂਦੀ ਹੈ ਵੇਖੀਏ, ਉਹਨਾਂ ਚਿਰ ਨੂੰ ਫਿਰ ਅਲੋਪ ਹੋ ਜਾਂਦੀ ਹੈ। ਇਵੇਂ ਕਵੀਰਾਜ ਕਹਿੰਦੇ ਆ, ਇਉਂ ਲੱਗ ਰਿਹਾ ਜਿਵੇਂ ਬਿਜਲੀ ਨੂੰ ਵੀ, ਆਕਾਸ਼ੀ ਚਮਕਣ ਵਾਲੀ ਬਿਜਲੀ ਨੂੰ ਵੀ ਇਹੀ ਚੰਚਲਤਾ ਹੀ ਸਿਖਾ ਰਿਹਾ ਹੋਵੇ। ਐਡਾ ਚੰਚਲ ਘੋੜਾ ਹੈ। ਨੈਣ ਨਾਗਰੀ ਤੇ ਹੋਏ ਆਗਰ। ਇਹ ਫਿਰ ਸਾਧ ਸੰਗਤ ਜੀ ਸੁੰਦਰਤਾ ਤੋਂ ਜਿਹੜੇ ਆ ਪ੍ਰਮਾਣ ਦਿੰਦੇ ਆ ਕਵੀਰਾਜ। ਕਹਿੰਦੇ ਜਿਵੇਂ ਜਿਹੜੀ ਸੁੰਦਰ ਇਸਤਰੀ ਆ ਉਹਦੇ ਨੇਤਰਾਂ ਨੂੰ ਸੁੰਦਰ ਮੰਨਿਆ ਜਾਂਦਾ ਹੈ ਨਾ, ਤੇ ਉਸ ਤੋਂ ਵੀ ਕਹਿੰਦੇ ਵਧੇਕ ਸੁੰਦਰ ਹਨ ਇਸ ਘੋੜੇ ਦੇ ਨੇਤਰ, ਤੇ ਜਾਣੋ ਸੁੰਦਰਤਾ ਦਾ ਘਰ ਹੀ ਹਨ। ਇਦੋ ਜੂਪ ਕੋ ਦਾਬੂ ਜਾਗਰ। ਫਿਰ ਇਹ ਵੀ ਚੰਚਲਤਾ ਤੋਂ ਅਲੰਕਾਰ ਹੈ। ਜਿਵੇਂ ਜੂਆ ਖੇਡਣ ਵਾਲੇ ਬੜੀ ਤੇਜ਼ੀ ਦੇ ਨਾਲ ਡੱਲ ਸੁੱਟਦੇ ਆ ਤੇ ਬੜੀ ਚਲਾਕੀ ਕਰਦੇ ਆ, ਇਵੇਂ ਮਹਾਰਾਜ ਦਾ ਜਿਹੜਾ ਘੋੜਾ ਹੈ ਨਾ, ਇਹ ਸਾਧ ਸੰਗਤ ਜੀ ਜਾਣੋ ਕਿ ਜੂਏ ਦਾ ਜਿਵੇਂ ਦਾਅ ਪਾਉਂਦੇ ਆ, ਇਵੇਂ ਹੀ ਇਹ ਚੰਚਲਤਾ ਹੀ ਦਿਖਾਉਂਦਾ ਏ। ਛਾਤੀ ਛੁਵੈ ਛਾਲ ਪਗ ਦਾਉਨ। ਜਦੋਂ ਛਾਲ ਭਰਦਾ ਨਾ ਘੋੜਾ, ਉਹਦੇ ਅਗਲੇ ਜਿਹੜੇ ਦੋਵੇਂ ਸਾਧ ਸੰਗਤ ਜੀ ਪੌੜ ਨੇ ਨਾ, ਉਹ ਛਾਤੀ ਤੱਕ ਛੋਹ ਜਾਂਦੇ ਆ ਕਰਕੇ। ਛਿਤ ਲਗ ਪਾਸ਼ਲ ਪਾਏ ਸੋ ਆਉਨ। ਤੇ ਜਿਹੜੇ ਪਿਛਲੇ ਪੈਰ ਆ ਨਾ, ਉਹ ਤੇ ਇਉਂ ਲੱਗਦਾ ਜਿਵੇਂ ਧਰਤੀ ਨਾਲ ਥੋੜੇ ਜਿਹੇ ਛਹਾਉਂਦਾ ਹੀ ਹੋਵੇ। ਜਿਵੇਂ ਧਰਤੀ ਨਾਲ ਜਿਵੇਂ ਥੋੜੇ ਛੋਂਦੇ ਹੀ ਨੇ, ਇਸ ਤਰ੍ਹਾਂ ਉਹ ਤੇਜ਼ੀ ਨਾਲ ਜਿਹੜਾ ਹੈ ਛਾਲ ਭਰਦਾ ਏ। ਹਰਕਤ ਮਨੋ ਥਾਰ ਮਹਿ ਮੋਤੀ। ਮਹਾਰਾਜ ਜੀ ਘੋੜੇ ਤੇ ਸਵਾਰ ਨੇ ਸਾਧ ਸੰਗਤ ਜੀ, ਜਿਨ੍ਹਾਂ ਨੂੰ ਥੋੜਾ ਵੀ ਇਸ ਦਾ ਸ਼ੌਂਕ ਹੁੰਦਾ ਨਾ, ਉਹਨਾਂ ਨੂੰ ਸਭ ਕੁਝ ਪਤਾ ਚੱਲ ਜਾਂਦਾ। ਜਦੋਂ ਕਵੀਰਾਜ ਜਿਵੇਂ ਦੱਸਦੇ ਆ, ਮਹਾਰਾਜ ਅਸਵਾਰ ਨੇ ਘੋੜੇ ਤੇ ਸੱਚੇ ਪਾਤਸ਼ਾਹ ਜੀ, ਤੇ ਸਾਧ ਸੰਗਤ ਜੀ ਉਹ ਥਾਲੀ ਵਿੱਚ ਜਿਵੇਂ ਮੋਤੀ ਥਰਕਦਾ ਨਾ, ਇਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਘੋੜਾ ਥਿੜਕ ਰਿਹਾ ਹੈ। ਇੱਧਰ ਉੱਧਰ ਨੂੰ ਹੁੰਦਾ ਬੜੀ ਚੰਚਲਤਾ ਨਾਲ। ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਨੂੰ ਗਰੀਬ ਨਵਾਜ ਪੁਚਕਾਰ ਕੇ ਧੀਰਜ ਦਿੰਦੇ ਐ। ਜਿਸ ਨੂੰ ਇਸ ਦੀ ਸਵਾਰੀ ਦਾ ਸ਼ੌਂਕ ਹੋਵੇ, ਸਾਧ ਸੰਗਤ ਜੀ ਉਹਨਾਂ ਨੂੰ ਪਤਾ ਹੈ ਕਿ ਘੋੜ ਸਵਾਰੀ ਕਿੱਡੀ ਵਡਮੁੱਲੀ ਇੱਕ ਚੀਜ਼ ਹੈ। ਇਸ ਦੇ ਨਾਲ ਡਾਕਟਰਾਂ ਦਾ ਵੀ ਕਹਿਣਾ ਹੈ ਕਿ ਘੋੜ ਸਵਾਰੀ ਨਾਲ ਬਹੁਤ ਸਾਰੇ ਰੋਗਾਂ ਦਾ ਵੀ ਇਲਾਜ ਹੁੰਦਾ ਹੈ, ਤੇ ਕਦੇ ਫੈਟ ਵੀ ਨਹੀਂ ਵੱਧਦੀ, ਮੋਟਾਪਾ ਨਹੀਂ ਆਉਂਦਾ ਜੇ ਘੋੜ ਸਵਾਰੀ ਕਰਦੇ ਰਹੀਏ ਤਾਂ। ਇਹ ਆਪਾਂ ਭਾਵੇਂ ਅੱਜ ਕੱਲ ਇਹ ਸਭ ਕੁਝ ਵਿਸਾਰ ਚੁੱਕੇ ਆ। ਮਹਾਰਾਜ ਜੀ ਨੇ ਵੀ ਤਾਂ ਕਿਹਾ ਕਿ ਖਾਲਸਾ ਸੋਏ ਜੋ ਚੜ੍ਹੈ ਤੁਰੰਗ। ਘੋੜੇ ਦੀ ਸਵਾਰੀ ਕਰਨੀ ਆਉਣੀ ਜ਼ਰੂਰੀ ਹੈ। ਜਿਵੇਂ ਕੱਲ ਗੁਰਮੁਖ ਬਾਦ ਵਿੱਚ ਜ਼ਿਕਰ ਕਰ ਰਹੇ ਸੀਗੇ, ਭਾਵੇਂ ਵੇਖੋ ਅੱਜ ਸਵਾਰੀਆਂ ਹਨ, ਪਰ ਫਿਰ ਵੀ ਸਾਧ ਸੰਗਤ ਜੀ ਇੰਗਲੈਂਡ ਵਰਗੇ ਦੇਸ਼ ਵਿੱਚ ਇਹਨਾਂ ਦੀਆਂ ਸਿਖਲਾਈਆਂ ਦਿੱਤੀਆਂ ਜਾਂਦੀਆਂ, ਇੱਥੇ ਦਿੱਤੀਆਂ ਜਾਂਦੀਆਂ ਨੇ। ਮੈਂ ਹਾਂਗਕਾਂਗ ਦੇ ਵਿੱਚ ਥੋੜੇ ਦਿਨ ਹੁਣ ਪਿੱਛੇ ਕਥਾ ਕੀਤੀ ਸੀ। 8 ਕੁ ਦਿਨ ਸਿੰਘ ਮੈਨੂੰ ਪਹਾੜੀ ਵੱਲ ਘੁਮਾਉਣ ਲੈ ਗਏ, ਕਿਉਂਕਿ ਇੰਗਲੈਂਡ ਦਾ ਉੱਥੇ ਵੀ ਰਾਜ ਰਿਹਾ, ਤੇ ਉੱਥੇ ਘੋੜਿਆਂ ਦਾ ਫਾਰਮ ਸੀਗਾ। ਅੰਗਰੇਜ਼ ਹੀ ਕੋਈ ਸੀਗੇ ਜਿਨ੍ਹਾਂ ਦਾ ਉਹ ਫਾਰਮ ਸੀ, ਤੇ ਉਹ ਘੋੜ ਸਵਾਰੀ ਸਿਖਾਉਣ ਦੇ ਲੈਸਨ ਦੇਣ ਦੇ ਜਿਹੜੀ ਸੀ ਫੀਸ ਲੈਂਦੇ ਸੀ। ਜਦੋਂ ਪੁੱਛਿਆ ਇੱਕ ਬੱਚੇ ਨੂੰ ਸਿਖਾਉਣ ਵਾਸਤੇ, ਤੇ ਬਹੁਤ ਮਹਿੰਗੀ ਸੀ ਉਹ ਰਾਈਡ ਘੋੜੇ ਦੀ ਉੱਥੇ ਕਰਨੀ। ਤਕਰੀਬਨ 1 ਘੰਟੇ ਦੇ ਬਹੁਤ ਸਾਰੇ ਡਾਲਰ ਲੈਂਦੇ ਸੀਗੇ, $700-800 ਕਰੀਬ ਸੀਗਾ 1 ਘੰਟੇ ਦਾ ਹੀ, ਤੇ ਉਹ ਵਿੱਦਿਆ ਸਿਖਾਉਣ ਦਾ। ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਵੇਖੋ, ਇਹ ਸਭ ਕੁਝ ਸਾਨੂੰ ਦਾਨ ਦੇ ਰੂਪ ਵਿੱਚ ਮਹਾਰਾਜ ਬਖਸ਼ਿਸ਼ ਕੀਤਾ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਘੋੜੇ ਤੇ ਗਰੀਬ ਨਵਾਜ ਅਸਵਾਰ ਨੇ, ਕਵੀਰਾਜ ਕਹਿੰਦੇ ਆ ਕਿ ਜਿਵੇਂ ਥਾਲ ਵਿੱਚ ਮੋਤੀ ਥਿੜਕਦਾ ਨਾ,
ਜਿਵੇਂ ਮਹਾਰਾਜ ਜੀ ਦਾ ਘੋੜਾ ਧਰਤੀ ਤੇ ਇੱਧਰ ਉੱਧਰ ਥਿੜਕ ਰਿਹਾ ਏ। ਜਨ ਜਲ ਮਛਲੀ ਉਤ ਇਤ ਹੋਤੀ। ਕਹਿੰਦੇ ਜਾਣਨਾ ਕਰੋ ਜਿਵੇਂ ਮਛਲੀ ਜਲ ਦੇ ਅੰਦਰ ਬੜੀ ਕ੍ਰੀੜਾ ਕਰਦੀ ਹੈ, ਇੱਧਰ ਉੱਧਰ ਨੂੰ ਜਾਂਦੀ ਹੈ, ਛਾਲਾਂ ਭਰਦੀ ਐ, ਐਵੇਂ ਘੋੜਾ ਮਛਲੀ ਦੀ ਤਰ੍ਹਾਂ ਇੱਧਰ ਉੱਧਰ ਨੂੰ ਜਾਂਦਾ ਹੈ ਚੰਚਲਤਾ ਦੇ ਨਾਲ। ਸਭ ਬਿਦ ਪਿਖ ਸ੍ਰੀ ਹਰਿ ਗੋਬਿੰਦ। ਸਾਰੇ ਤਰੀਕਿਆਂ ਨਾਲ ਘੋੜੇ ਨੂੰ ਪਰਖ ਕੇ ਵੇਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਚੜ ਕਰ ਪਏ ਆਨੰਦ ਬਿਲੰਦ। ਘੋੜੇ ਦੀ ਸਵਾਰੀ ਕਰਕੇ ਸੱਚੇ ਪਾਤਸ਼ਾਹ ਬਹੁਤ ਆਨੰਦਿਤ ਹੋਏ, ਬਹੁਤ ਮਹਾਰਾਜ ਪ੍ਰਸੰਨ ਹੋਏ। ਕਰ ਪਸੰਦ ਇੱਕ ਰਾਖਿਓ ਆਪ। ਮਹਾਰਾਜ ਜੀ ਨੇ ਪਸੰਦ ਕਰਕੇ ਨਾ ਉਹਨਾਂ ਪੰਜਾਂ ਚੋਂ ਇੱਕ ਘੋੜਾ ਮਹਾਰਾਜ ਜੀ ਨੇ ਰੱਖ ਲਿਆ ਆਪਣੀ ਅਸਵਾਰੀ ਵਾਸਤੇ। ਜੇ ਅਰੂਢ ਪਾਪੀ ਨਰ ਖਾਪ। ਜਿਸ ਘੋੜੇ ਤੇ ਅਸਵਾਰ ਹੋ ਕਰਕੇ ਮਹਾਰਾਜ ਜ਼ੁਲਮ ਦਾ ਨਾਸ਼ ਕਰਨ, ਜਿਸ ਘੋੜੇ ਤੇ ਅਸਵਾਰ ਹੋ ਕੇ ਸਤਿਗੁਰੂ ਜੀ ਪਾਪੀਆਂ ਨੂੰ ਖਪਾ ਦੇਣਗੇ, ਗਰੀਬ ਨਵਾਜ ਸਤਿਗੁਰੂ ਜੀ ਨੇ ਇਹੋ ਜਿਹਾ ਜੰਗੀ ਘੋੜਾ ਜਿਹੜਾ ਹੈ ਪਸੰਦ ਕੀਤਾ ਏ। ਅਪਰ ਪਿਖਿਓ ਸੁੰਦਰ ਬਲ ਪੀਨ। ਹੋਰ ਮਹਾਰਾਜ ਸਾਹਿਬ ਜੀ ਨੇ ਘੋੜਿਆਂ ਨੂੰ ਵੇਖਿਆ, ਬੜੇ ਸੁੰਦਰ ਨੇ, ਬਲ ਵਿੱਚ ਬੜੇ ਤਕੜੇ ਹਨ। ਵਿਧੀ ਚੰਦ ਕੋ ਬਾਜੀ ਦੀਨ। ਇੱਕ ਸੁੰਦਰ ਘੋੜਾ ਜਿਹੜਾ ਬੜਾ ਬਲੀ ਸੀਗਾ, ਉਹਨਾਂ ਪੰਜਾਂ ਵਿੱਚੋਂ ਇੱਕ ਘੋੜਾ ਹਜੂਰ ਨੇ ਆਪਣੇ ਪਿਆਰੇ ਸਿੱਖ ਬਿਧੀ ਚੰਦ ਜੀ ਨੂੰ ਦਿੱਤਾ। ਓਏ ਅਰੂਢ ਤਿਨ ਫੇਰ ਦਿਖਾਇਓ। ਮਹਾਰਾਜ ਜੀ ਨੇ ਆਖਿਆ ਬਿਧੀ ਚੰਦ ਸਵਾਰ ਹੋ ਕੇ ਸਾਨੂੰ ਦਿਖਾ। ਮਹਾਰਾਜ ਜੀ ਨੇ ਜਦੋਂ ਆਗਿਆ ਕੀਤੀ ਤੇ ਬਿਧੀ ਚੰਦ ਜੀ ਘੋੜੇ ਤੇ ਛਾਲ ਮਾਰ ਕੇ ਸਵਾਰ ਹੋਏ। ਮਹਾਰਾਜ ਜੀ ਨੂੰ ਘੋੜੇ ਦੀਆਂ ਚਾਲਾਂ ਕੱਢ ਕੇ ਵਿਖਾਉਣਾ ਕੀਤੀਆਂ। ਮਨੋ ਪਉਨ ਕੋ ਪੂਤ ਸੁਹਾਇਓ। ਇਉਂ ਲੱਗ ਰਿਹਾ ਜਿਵੇਂ ਪਵਨ ਪੂਤ, ਭਾਵ ਜਿਵੇਂ ਪਵਨ ਪੂਤ ਹਨੂਮਾਨ ਨੂੰ ਕਹਿੰਦੇ ਆ। ਕਹਿੰਦੇ ਇਹ ਪਵਨ ਹਵਾ ਦਾ ਪੁੱਤਰ ਹੀ ਘੋੜਾ ਜਿਵੇਂ ਸੋਭ ਰਿਹਾ ਹੋਵੇ। ਲੈ ਕਰ ਪਇਓ ਆਨੰਦਤ ਭਾਈ। ਲੈ ਕਰਕੇ ਹਜੂਰ ਦੇ ਕੋਲੋਂ ਐਸਾ ਸੁੰਦਰ ਘੋੜਾ ਬਾਬਾ ਬਿਧੀ ਚੰਦ ਜੀ ਬਹੁਤ ਖੁਸ਼ ਹੋਏ, ਬੜਾ ਚਿੱਤ ਪ੍ਰਸੰਨ ਹੋਇਆ। ਸ੍ਰੀ ਗੁਰ ਪਾਇਨ ਸੀਸ ਝੁਕਾਈ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਬਿਧੀ ਚੰਦ ਜੀ ਨੇ ਸੀਸ ਝੁਕਾਇਆ, ਨਮਸਕਾਰ ਕੀਤੀ। ਹੁਣ ਤ੍ਰਿਤੀਆ ਘੋੜਾ ਮੰਗਵਾਏ। ਫਿਰ ਮਹਾਰਾਜ ਜੀ ਨੇ ਤੀਜਾ ਘੋੜਾ ਸੱਚੇ ਪਾਤਸ਼ਾਹ ਜੀ ਨੇ ਮੰਗਵਾਇਆ। ਉੱਪਰ ਸੁੰਦਰ ਜ਼ੀਨ ਸੁਹਾਏ। ਸੁੰਦਰ ਸੋਨੇ ਦੀ ਕਾਠੀ, ਹੀਰੇ ਜਿਹਦੇ ਵਿੱਚ ਜੜੇ ਹੋਏ ਐ, ਘੋੜੇ ਦੇ ਉੱਤੇ ਸੋਭ ਰਹੀ ਹੈ। ਸ੍ਰੀ ਗੁਰੂ ਦਿੱਤੇ ਹੇਤ ਪੁਚਾਇਓ। ਮਹਾਰਾਜ ਜੀ ਨੇ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਵਾਸਤੇ ਉਹ ਘੋੜਾ ਜਿਹੜਾ ਸੀ ਹਜੂਰ ਨੇ ਪਹੁੰਚਾਉਣਾ ਕੀਤਾ। ਲੈ ਕਰ ਸੇਵਕ ਤਤਸ਼ਨ ਆਇਓ। ਲੈ ਕਰਕੇ ਸੇਵਕ ਬੜੀ ਛੇਤੀ ਨਾਲ ਬਾਬਾ ਗੁਰਦਿੱਤਾ ਜੀ ਦੇ ਕੋਲ ਆਇਆ। ਗੋਇੰਦਵਾਲ ਪਹੁੰਚਿਓ ਜਾਏ। ਗੋਇੰਦਵਾਲ ਜਾ ਕਰਕੇ ਪਹੁੰਚੇ ਜਿੱਥੇ ਬਾਬਾ ਗੁਰਦਿੱਤਾ ਜੀ ਹਨ। ਉਸ ਸਮੇਂ ਜੇਕਰ ਗੁਰ ਸੁਧ ਸਕਲ ਸੁਨਾਏ। ਘੋੜਾ ਦੇ ਕਰਕੇ ਬਾਬਾ ਗੁਰਦਿੱਤਾ ਜੀ ਨੂੰ ਗੁਰੂ ਸਾਹਿਬ ਜੀ ਦੀ ਸਾਰੀ ਸੁਧ ਖਬਰ ਜਿਹੜੀ ਹੈ ਸੁਣਾਈ ਹੈ। ਚੌਥੋ ਤਰੰਗ ਹਜ਼ੂਰ ਹਕਾਰਾ। ਤੇ ਚੌਥਾ ਘੋੜਾ ਜਿਹੜਾ ਸੀ ਸੱਚੇ ਪਾਤਸ਼ਾਹ ਜੀ ਮਹਾਰਾਜ ਬੁਲਾਇਆ। ਇੱਥੇ ਸਾਧ ਸੰਗਤ ਜੀ ਜ਼ਿਕਰ ਬਾਬਾ ਗੁਰਦਿੱਤਾ ਜੀ ਦਾ ਆਇਆ ਹੈ। ਇੱਕ ਬਾਬਾ ਗੁਰਦਿੱਤਾ ਜੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀ ਵੰਸ਼ ਵਿੱਚ ਵੀ ਹੋਏ ਹੈ, ਤੇ ਪਰ ਇਹ ਸੰਕੇਤ ਜਿਹੜਾ ਘੋੜੇ ਦੇ ਦੇਣ ਦਾ ਹੋਰਨਾਂ ਇਤਿਹਾਸਕਾਰਾਂ ਵੀ ਬਾਬਾ ਗੁਰਦਿੱਤਾ ਜੀ ਦੀ ਬਾਬਤ ਹੀ ਜ਼ਿਕਰ ਕੀਤਾ ਹੈ। ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਣ ਇਹ ਚੌਥਾ ਘੋੜਾ ਸੱਚੇ ਪਾਤਸ਼ਾਹ ਜੀ ਮਹਾਰਾਜ ਮੰਗਵਾਇਆ ਹੈ। ਜੀਨ ਵਿਭੂਖਣ ਜੁਗਤ ਸਿੰਗਾਰਾ। ਬਹੁਤ ਗਹਿਣਿਆਂ ਦੇ ਸਮੇਤ ਤੇ ਕਾਠੀ ਸੋਨੇ ਦੀ ਪਈ ਹੋਈ ਇਹ ਘੋੜਾ ਜਿਹੜਾ ਬੜਾ ਹੀ ਸੋਹਣਾ ਫੱਬ ਰਿਹਾ ਏ। ਪੈਂਦੇ ਖਾਨ ਸਮੀਪ ਪਠਾਇਓ। ਸਤਿਗੁਰੂ ਜੀ ਨੇ ਘੋੜਾ ਪੈਂਦੇ ਖਾਨ ਦੇ ਚੜਨ ਵਾਸਤੇ ਹਜੂਰ ਨੇ ਭੇਜ ਦਿੱਤਾ। ਵੇਖੋ ਮਹਾਰਾਜ ਕਿੱਡੇ ਪ੍ਰਤਪਾਲਕ ਨੇ ਸਤਿਗੁਰੂ ਜੀ। ਭਾਵੇਂ ਕਿ ਪੈਂਦੇ ਖਾਨ ਨੂੰ ਮਹਾਰਾਜ ਨੇ ਪਹਿਲੀ ਜੰਗ ਤੋਂ ਬਿਨਾਂ ਫਿਰ ਹੋਰ ਕਿਸੇ ਯੁੱਧ ਵਿੱਚ ਨਹੀਂ ਸੀ ਬੁਲਾਇਆ ਮਹਾਰਾਜ ਜੀ ਨੇ, ਪਰ ਫਿਰ ਵੀ ਸਤਿਗੁਰੂ ਜੀ ਪ੍ਰਤਪਾਲਣਾ ਕਰਦੇ ਆ ਗਰੀਬ ਨਵਾਜ। ਆਪਣਾ ਵੱਡਾ ਜਰਨੈਲ ਜਾਣ ਕੇ ਮਹਾਰਾਜ ਜੀ ਨੇ ਇੱਕ ਘੋੜਾ ਤਾਂ ਸਤਿਗੁਰੂ ਜੀ ਨੇ ਆਪਣੇ ਵਾਸਤੇ ਰੱਖਿਆ, ਬਾਕੀ 3 ਘੋੜੇ ਮਹਾਰਾਜ ਵੰਡੇ ਐ। ਤੇ ਸਾਧ ਸੰਗਤ ਜੀ ਇੱਕ ਬਿਧੀ ਚੰਦ ਜੀ ਨੂੰ ਦਿੱਤਾ ਹੈ ਤੇ ਇੱਕ ਘੋੜਾ ਸੱਚੇ ਪਾਤਸ਼ਾਹ ਮਹਾਰਾਜ ਬਾਬਾ ਗੁਰਦਿੱਤਾ ਜੀ ਵਾਸਤੇ ਭੇਜਿਆ ਤੇ ਇੱਕ ਘੋੜਾ ਪੈਂਦੇ ਖਾਨ ਨੂੰ ਮਹਾਰਾਜ ਨੇ ਦੇਣਾ ਕੀਤਾ। ਸੋ ਲੈ ਕਰ ਉਰ ਮੈਂ ਹਰ ਖਾਇਓ। ਲੈ ਕਰਕੇ ਘੋੜਾ ਹਜੂਰ ਦੀ ਬਖਸ਼ਿਸ਼ ਪੈਂਦੇ ਖਾਨ ਬੜਾ ਹਿਰਦੇ ਵਿੱਚ ਖੁਸ਼ ਹੋਇਆ। ਏਕ ਤਰੰਗ ਸ਼ੇਖ ਰਹਿ ਗਇਓ। ਹੁਣ ਸ਼ੇਸ਼ ਇੱਕ ਬਾਕੀ ਘੋੜਾ ਜਿਹੜਾ ਪੰਜਾਂ ਚੋਂ ਇੱਕੋ ਹੀ ਰਹਿ ਗਿਆ। ਇੱਕ ਤਾਂ ਮਹਾਰਾਜ ਆਪਣੀ ਸਵਾਰੀ ਵਾਸਤੇ ਰੱਖ ਲਿਆ ਤੇ 3 ਮਹਾਰਾਜ ਜੀ ਨੇ ਵੰਡ ਦਿੱਤੇ ਆ। ਖਾਸ ਤਬੇਲੇ ਮੈਂ ਰੱਖ ਲਿਓ। ਮਹਾਰਾਜ ਜੀ ਨੇ ਆਪਣੇ ਖਾਸ ਤਬੇਲੇ ਵਿੱਚ ਜਿੱਥੇ ਹਜੂਰ ਦਾ ਆਪਣਾ ਹੀ ਘੋੜਾ ਵੱਜਦਾ ਉੱਥੇ ਹੀ ਸਤਿਗੁਰਾਂ ਜੀ ਨੇ ਸੇਵਕਾਂ ਨੂੰ ਕਿਹਾ ਕਿ ਇਸ ਨੂੰ
ਬੰਨਣਾ ਕਰੋ। ਉੱਥੇ ਮਹਾਰਾਜ ਨੇ ਰਖਵਾਇਆ ਏ। ਇੱਕ ਦਿਨ ਬੈਠ ਦੀਵਾਨ ਮੁਝਾਰਾ, ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਤਖਤ ਤੇ ਵੀਰ ਆਸਣ ਲਾਈ ਬੈਠੇ ਨੇ। ਸੁਬਟ ਸਿੱਖ ਤੈ ਸੁਬਤ ਹਜ਼ਾਰਾ, ਹਜ਼ਾਰ ਸਿੱਖ ਸੂਰਮੇ ਸ਼ਸਤਰ ਧਾਰੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਹਜੂਰ ਤਾਬਿਆ ਬੈਠੇ ਨੇ। ਸੁਬਨ ਸੁਨਾਏ ਮੁਕੰਦ ਬਖਾਨੀ, ਮੁਕਤੀ ਦਾਤਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਰੇ ਸਿੱਖਾਂ ਨੂੰ ਸੁਣਾਉਂਦਿਆਂ ਹੋਇਆਂ ਹਜੂਰ ਨੇ ਆਪਣੇ ਸ਼੍ਰੀ ਕੰਠ ਤੋਂ ਬਚਨ ਕੀਤਾ। ਉਹ ਸਿੱਖ ਸੁਧ ਪਠ ਗੁਰਬਾਣੀ, ਮਹਾਰਾਜ ਕਹਿੰਦੇ ਕੋਈ ਸਿੱਖ ਹੈ ਤੁਹਾਡੇ ਵਿੱਚੋਂ ਸਿੱਖੋ ਜਿਹੜਾ ਸਾਨੂੰ ਸੁੱਧ ਗੁਰਬਾਣੀ ਦਾ ਪਾਠ ਸੁਣਾਵੇ। ਜਥਾ ਜੋਗ ਮਾਤਰਾ ਅਰ ਵਰਣ, ਜਿਸ ਤਰ੍ਹਾਂ ਯੋਗ ਪੂਰੀਆਂ ਮਾਤਰਾ ਲਾ ਕਰਕੇ ਤੇ ਵਰਣ ਜਿਹੜੇ ਅੱਖਰ ਨੇ ਉਹਨਾਂ ਦਾ ਉਚਾਰਨ ਤੇ ਲੱਗੀ ਹੋਈ ਮਾਤਰਾ ਦੀ ਨਾਲ ਸਾਊਂਡ ਜਿਹੜੀ ਆਵਾਜ਼ ਹੁੰਦੀ ਆ ਪੂਰੀ ਲਾ ਕਰਕੇ। ਇਹ ਸਾਧ ਸੰਗਤ ਜੀ ਵੇਖ ਲਓ ਸਤਿਗੁਰਾਂ ਜੀ ਨੇ ਸੁੱਧ ਬਾਣੀ ਦੀ ਮਹਿਮਾ ਆਪ ਗਰੀਬ ਨਵਾਜ ਨੇ ਕਹੀ ਹੈ। ਤੇ ਜੇ ਅਸੀਂ ਬਾਣੀ ਪੜਨ ਲੱਗਿਆਂ ਅਗਿਆਤ ਹੋ ਕਰਕੇ ਗਲਤ ਪੜ੍ਹੀਏ ਤੇ ਉਹਦਾ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੀ ਹਜੂਰ ਨੇ ਦਿਖਾਇਆ ਸੀਗਾ ਕਿ ਸਿੱਖੋ ਜੇ ਤੁਸੀਂ ਬਾਣੀ ਦੇ ਲਗ ਮਾਤਰ ਛੱਡਦੇ ਆ ਤੇ ਮਹਾਰਾਜ ਨੇ ਕਿਹਾ ਸੀ ਕਿ ਸਾਡੇ ਅੰਗ ਭੰਨਦੇ ਆ। ਇਹ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਬਾਣੀ ਦੇ ਸੁੱਧ ਪੜਨ ਦਾ ਸਾਧ ਸੰਗਤ ਜੀ ਬਹੁਤ ਵੱਡਾ ਲਾਭ ਹੈ। ਤੋ ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਹੈ, ਰਹਿਤਨਾਮਿਆਂ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਜਿਹੜੀ ਇਹ ਸਤਿਗੁਰੂ ਜੀ ਦੀ ਬਾਣੀ ਹੈ ਇਹ ਸੁੱਧ ਵਿਚਾਰ ਕਰਕੇ ਪੜ੍ਹਨੀ ਚਾਹੀਦੀ ਹੈ। ਫਿਰ ਇਹ ਵੀ ਆਗਿਆ ਕਿ ਗੁਰਮੁਖੀ ਅੱਖਰ ਜੋ ਹੈ ਭਾਈ ਸਿੰਘ ਸਿੰਘ ਤੇ ਸਿੱਖੇ ਜਾਈ। ਕਿਸੇ ਬੇਅਮਰਤੀਏ ਕੋਲੋਂ ਨਹੀਂ ਸਿੱਖਣੇ ਚਾਹੀਦੇ। ਜਿਹਨੇ ਅੰਮ੍ਰਿਤ ਛਕਿਆ ਤਿਆਰ ਪਰ ਤਿਆਰ ਹੋਵੇ ਉਹਦੇ ਕੋਲੋਂ ਹੀ ਗੁਰਬਾਣੀ ਦੀ ਸੁੱਧ ਸੰਥਿਆ ਕਰਨੀ ਚਾਹੀਦੀ ਹੈ। ਇਹ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਗਿਆ ਕੀਤੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੇਖੋ ਹਜੂਰ ਸੁੱਧ ਬਾਣੀ ਪੜਨ ਦੀ ਮਹਿਮਾ ਆਪਦੇ ਸਿੱਖਾਂ ਨੂੰ ਦੱਸਣ ਲੱਗੇ ਐ। ਮਹਾਰਾਜ ਕਹਿੰਦੇ ਕੋਈ ਸਿੱਖ ਹੈਗਾ ਜਿਹੜਾ ਵਰਣ ਅੱਖਰਾਂ ਨੂੰ ਤੇ ਮਾਤਰਾ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਲਿਆ ਕਰਕੇ ਸੁੱਧ ਬਾਣੀ ਸਾਨੂੰ ਸੁਣਾਵੇ। ਪਠੈ ਸੰਭਾਰ ਸੁਣਾਵੈ ਕਰਨ, ਤੇ ਸੰਭਾਲ ਕਰਕੇ ਮਹਾਰਾਜ ਕਹਿੰਦੇ ਨੇ ਆਪਣੇ ਸਾਰੇ ਇੰਦਰੀਆਂ ਨੂੰ ਰੋਕ ਕਰਕੇ ਤੇ ਸਾਨੂੰ ਬਾਣੀ ਕੰਨਾਂ ਵਿੱਚ ਸੁਣਾਉਣਾ ਕਰੇ। ਸੁਨ ਗਨ ਸਿੱਖ ਹੱਥ ਕੋ ਜੋਰ, ਜਦੋਂ ਸਮੂਹ ਸਿੱਖ ਅੱਗੇ ਬੈਠੇ ਹੋਏ ਸੀ ਯੋਧੇ ਸੂਰਮੇ ਸਾਰੇ ਮਹਾਰਾਜ ਜੀ ਦੀ ਇਹ ਆਗਿਆ ਸੁਣ ਕਰਕੇ ਹੱਥ ਜੋੜ ਕਰਕੇ ਸਾਰੇ ਸਿੱਖ ਬੇਨਤੀ ਕਰਨ ਲੱਗੇ। ਕਹੈ ਗੁਰੂ ਹਮ ਤੁਮਰੇ ਜੋਰ, ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖ ਕਹਿੰਦੇ ਮਹਾਰਾਜ ਤੁਹਾਡੇ ਜੋਰ ਸਦਕਾ ਤੁਹਾਡੀ ਸ਼ਕਤੀ ਸਦਕਾ ਨਿਤ ਹੀ ਪਾਠ ਕਰਹਿ ਗੁਰਬਾਣੀ, ਮਹਾਰਾਜ ਅਸੀਂ ਨਿਤ ਹੀ ਗੁਰਬਾਣੀ ਦਾ ਪਾਠ ਮਹਾਰਾਜ ਜੀ ਕਰਦੇ ਆ ਨਿਯਮ ਨਾਲ। ਕੰਠ ਹਮਾਰੇ ਇਹ ਮਹਾਨੀ, ਮਹਾਰਾਜ ਤੁਹਾਡੀ ਕਿਰਪਾ ਏ ਬੜੀ ਮਹਾਨ। ਮਹਾਰਾਜ ਇਹ ਬਾਣੀ ਸੱਚੇ ਪਾਤਸ਼ਾਹ ਸਾਨੂੰ ਕੰਠਸਥਾਲੀ ਹੈ। ਮਹਾਰਾਜ ਸਾਨੂੰ ਜ਼ਬਾਨੀ ਯਾਦ ਵੈ ਕੰਠ ਵੈ ਬਾਣੀ। ਛੇਮ ਹੇਤ ਹਮ ਨੇਮ ਸਮੇਤਾ, ਮਹਾਰਾਜ ਮੁਕਤੀ ਵਾਸਤੇ ਅਸੀਂ ਇਹ ਪਵਿੱਤਰ ਬਾਣੀ ਸਦਾ ਨਿਯਮ ਦੇ ਨਾਲ ਰਠੈ ਪ੍ਰੇਮ ਤੇ ਕਟੈ ਕੁਹੇਤਾ, ਮਹਾਰਾਜ ਯਾਦ ਕਰਦੇ ਆ ਸੱਚੇ ਪਾਤਸ਼ਾਹ ਪੜ੍ਹਦੇ ਆ ਨਿਯਮ ਨਾਲ ਪ੍ਰੇਮ ਕਰਕੇ ਕਿ ਜਿਸ ਕਰਕੇ ਸਾਡਾ ਜਿਹੜਾ ਮਹਾਰਾਜ ਜੀ ਮਸਤਕ ਤੇ ਮਾੜੇ ਭਾਗ ਨੇ ਇਹ ਮਾੜੇ ਕਰਮ ਨੇ ਨਾਸ਼ ਹੋ ਜਾਣ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜੇ ਔਗਣ ਨੇ ਸਾਡੇ ਅੰਦਰੋਂ ਨਾਸ਼ ਹੋ ਜਾਣ। ਪ੍ਰੇਮ ਦਾ ਹਿੱਤ ਲਾ ਕਰਕੇ ਆਪ ਜੀ ਦੀ ਬਾਣੀ ਪੜ੍ਹਦੇ ਹਾਂ। ਸੁਨ ਪੁਨ ਗੁਰੂ ਭਲਿਓ ਹੈ ਨੀਕੀ, ਮਹਾਰਾਜ ਕਹਿੰਦੇ ਸਿੱਖੋ ਬੜੀ ਚੰਗੀ ਗੱਲ ਹੈ ਕਿਉਂਕਿ ਬਾਣੀ ਤੋਂ ਬਿਨਾਂ ਔਗਣ ਨਹੀਂ ਨਾਸ਼ ਹੁੰਦੇ। ਮਹਾਰਾਜ ਕਹਿੰਦੇ ਬਹੁਤ ਚੰਗੀ ਗੱਲ ਹੈ ਸਿੱਖੋ ਜਿਹੜਾ ਤੁਸੀਂ ਪਿਆਰ ਨਾਲ ਬਾਣੀ ਪੜ੍ਹਦੇ ਹੋ। ਗੁਰਬਾਣੀ ਸੰਗ ਪ੍ਰੀਤੀ ਹੀ ਕੀ, ਤੇ ਹਿਰਦੇ ਦੀ ਪ੍ਰੀਤ ਗੁਰਬਾਣੀ ਨਾਲ ਪਾਉਣੀ ਚਾਹੀਦੀ ਹੈ। ਵੇਖ ਲਓ ਮਹਾਰਾਜ ਜੀ ਦੇ ਸਿੱਖ ਭਾਈ ਬਾਬਕ ਜੀ ਨਾਲੇ ਕੀਰਤਨ ਕਰਦੇ ਹੁੰਦੇ ਤੇ ਉਹ ਹੀ ਭਾਈ ਬਾਬਕ ਜਦੋਂ ਯੁੱਧ ਹੁੰਦਾ ਸਰੰਦਾ ਆਪਣੇ ਮੋਢਿਆਂ ਤੇ ਪਾ ਕੇ ਸ੍ਰੀ ਸਾਹਿਬ ਵਾਇਆ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਿੱਖੋ ਪਰਲੋਕ ਦੇ ਭਲੇ ਵਾਸਤੇ ਬਾਣੀ ਦੇ ਨਾਲ ਪ੍ਰੀਤ ਕਰਨੀ ਚਾਹੀਦੀ ਹੈ ਹਿਰਦੇ ਦੀ। ਤਉ ਸਿੱਖ ਜੋ ਹੋਏ ਬੁੱਧਵੰਤਾ, ਮਹਾਰਾਜ ਕਹਿੰਦੇ ਤਾਂ ਵੀ ਭਾਈ ਸਾਡਾ ਤਾਂ ਇਹ ਬਚਨ ਹੈ ਕਿ ਇੱਕ ਸਿੱਖ ਜਿਹੜਾ ਕੋਈ ਹੋਵੇ ਬੜਾ ਬੁੱਧੀਵਾਨ ਕਰਤ ਪ੍ਰੇਮ ਲਖ ਸੁਧ ਪਠੰਤਾ, ਤੇ ਬਹੁਤ ਪ੍ਰੇਮ ਕਰਕੇ ਬਾਣੀ ਸੁੱਧ ਪੜਨ ਵਾਲਾ ਹੋਵੇ। ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਭਾਈ ਇਉਂ ਤੁਹਾਨੂੰ ਕਹਿੰਦੇ ਆ ਕਿ ਕੋਈ ਇੱਕ ਸਿੱਖ ਕੋਈ ਵੀ ਹੋਵੇ
ਜਿਹੜਾ ਬਾਣੀ ਪ੍ਰੇਮ ਨਾਲ ਸੁੱਧ ਪੜ੍ਹ ਕੇ ਸਾਨੂੰ ਸੁਣਾਵੇ। ਸੋ ਅਬ ਸਨਮੁਖ ਥਿਰਹਿ ਹਮਾਰੇ। ਉਹ ਸਿੱਖ ਮਹਾਰਾਜ ਕਹਿੰਦੇ ਹੁਣ ਸਾਡੇ ਸਾਹਮਣੇ ਆ ਕਰਕੇ ਭਾਈ ਖਲੋਣਾ ਕਰੇ। ਜਪਜੀ ਪਾਠ ਕਹਿ ਨਿਰਧਾਰੇ। ਇੱਕ ਰਸ ਸਾਨੂੰ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਜਿਹੜਾ ਹੈ ਉਹ ਮਹਾਰਾਜ ਕਹਿੰਦੇ ਭਾਈ ਸੁਣਾਉਣਾ ਕਰੇ। ਸੁਧ ਸੁਨਾਏ ਰਿਝਾਵਹਿ ਮੋਹੀ। ਸਾਨੂੰ ਬਾਣੀ ਸੁੱਧ ਸੁਣਾ ਕਰਕੇ ਸਾਡੀ ਖੁਸ਼ੀ ਲੈਣਾ ਕਰੇ। ਮਨ ਬਾਛਤ ਫਲ ਪ੍ਰਾਪਤ ਹੋਈ। ਉਹਨੂੰ ਮਨ ਭਾਉਂਦੇ ਫਲ ਸਾਰੇ ਹੀ ਪ੍ਰਾਪਤ ਹੋਣਗੇ। ਨੈ ਅਦੇ ਵਸਤ ਪੁਨ ਕੌਣ। ਮਹਾਰਾਜ ਕਹਿੰਦੇ ਭਾਈ ਕੋਈ ਵੀ ਭਾਈ ਬੱਚਿਆਂ ਨੂੰ ਸੰਭਾਲ ਕੇ ਰੱਖਿਆ ਕਰੋ, ਥੋੜੀ ਵੀ ਆਵਾਜ਼ ਜਿਹੜੀ ਆ ਉਹ ਸ਼ੋਰ ਪੈਦਾ ਕਰਦੀ ਹੈ। ਫਿਰ ਪੜੋ। ਨਹਿ ਅੰਦੇ ਵਸਤ ਪੁਨ ਕੌਣ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਕੋਈ ਸਿੱਖੋ ਸਾਡੇ ਵਾਸਤੇ ਵਸਤੂ ਜਿਹੜੀ ਹੈ ਅਦੇ ਨਹੀਂ ਹੈ, ਕੋਈ ਲੁਕੀ ਨਹੀਂ, ਸਾਡੀ ਪਹੁੰਚ ਤੋਂ ਪਰਾਂ ਨਹੀਂ ਹੈ। ਕੋਈ ਵੀ ਵਸਤੂ ਗੁਰੂ ਹਰਗੋਬਿੰਦ ਸਾਹਿਬ ਦੀ ਪਹੁੰਚ ਤੋਂ ਪਰਾਂ ਕਿਵੇਂ ਹੋ ਸਕਦੀ? ਆਪ ਗੁਰੂ ਨਾਨਕ ਸਾਹਿਬ ਹਨ। ਸਤਿਗੁਰੂ ਜੀ ਕਹਿੰਦੇ ਕੋਈ ਵੀ ਅਵਸਤੂ ਸਾਡੇ ਤੋਂ ਅਦੇ ਨਹੀਂ ਹੈ, ਲੁਕੀ ਨਹੀਂ ਹੈ, ਛਿਪੀ ਨਹੀਂ ਹੈ। ਜੋ ਸਿੱਖ ਦੀ ਇੱਛਾ ਹੋਵੇਗੀ ਅਸੀਂ ਸਭ ਪੂਰੀ ਕਰਾਂਗੇ। ਜਿਮ ਜਾਚ ਹੈ ਹਮ ਦਹਿ ਤਾਉਨ। ਜਿਸ ਤਰ੍ਹਾਂ ਜਾਚਨਾ ਕਰੇਗਾ ਸਿੱਖ ਅਸੀਂ ਉਸੇ ਤਰ੍ਹਾਂ ਹੀ ਦਾਤ ਦੇ ਕਰਕੇ ਨਿਹਾਲ ਕਰਾਂਗੇ। ਇਸ ਬਿਦ ਪੁਨ ਜਬ ਸਤਿਗੁਰ ਕਹਿਓ। ਇਸ ਤਰੀਕੇ ਨਾਲ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਲੱਗੇ ਦੀਵਾਨ ਵਿੱਚ ਸਿੱਖਾਂ ਨੂੰ ਹਜੂਰ ਨੇ ਕਿਹਾ, ਸਭਨ ਵਿਚਾਰ ਗੁਰੂ ਰੁਖ ਲਹਿਓ। ਸਾਰਿਆਂ ਨੇ ਵਿਚਾਰ ਕਰਕੇ ਸਤਿਗੁਰੂ ਜੀ ਦਾ ਉਸ ਸਮੇਂ ਰੁਖ ਸੁਭਾਅ ਜਿਹੜਾ ਸੀ ਨਾ ਇਹ ਮਹਾਰਾਜ ਵੇਖਣਾ ਸਿੱਖਾਂ ਨੇ ਵੇਖਣਾ ਕੀਤਾ। ਇੱਕ ਸਿੱਖ ਸਨਮੁਖ ਨਾਮ ਗੋਪਾਲਾ। ਇੱਕ ਸਾਧ ਸੰਗਤ ਜੀ ਸਿੱਖ ਜਿਹਦਾ ਨਾਮ ਭਾਈ ਗੋਪਾਲਾ ਏ, ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਨੁਖ ਆ ਗਿਆ। ਹੱਥ ਜੋੜੇ ਹੋਏ ਭਾਈ ਗੋਪਾਲਾ ਜੀ ਨੇ। ਹੱਥ ਜੋੜ ਕਹਿ ਸੁਨੋ ਕਿਰਪਾਲਾ। ਹੱਥ ਜੋੜ ਕੇ ਭਾਈ ਗੋਪਾਲਾ ਜੀ ਕਹਿੰਦੇ ਐ, हे ਕਿਰਪਾਲੂ ਸਤਿਗੁਰੂ ਜੀ ਸੁਣਨਾ ਕਰੋ। ਜੋ ਸੇਵਕ ਪ੍ਰਤ ਆਇਸ ਕਰੀਐ। ਮਹਾਰਾਜ ਮੈਂ ਆਪ ਦਾ ਨਿਮਾਣਾ ਜਿਹਾ ਸੇਵਕ ਹਾਂ ਸੱਚੇ ਪਾਤਸ਼ਾਹ, ਜੇ ਮੇਰੇ ਪ੍ਰਤੀ ਸਤਿਗੁਰੂ ਜੀ ਆਪ ਜੀ ਆਗਿਆ ਕਰੋ। ਆਪਨ ਕਿਰਪਾ ਬਲ ਮੋ ਪਰ ਧਰੀਐ। ਪਰ ਗੱਲ ਇਹ ਹੈ ਮਹਾਰਾਜ ਆਪਣੀ ਕਿਰਪਾ ਦਾ ਬਲ ਮੇਰੇ ਅੰਦਰ ਧਰਨਾ ਕਰੋ। ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ। ਆਪਣੀ ਕਿਰਪਾ ਦਾ ਬਲ ਮਹਾਰਾਜ ਮੇਰੇ ਉੱਤੇ ਧਰਨਾ ਕਰੋ। ਕਰੋ ਸੁਨਾਵਨ ਮੈਂ ਥਿਰ ਹੋਏ। ਮਹਾਰਾਜ ਮੈਂ ਇਉਂ ਟਿਕ ਕਰਕੇ ਇਕਾਗਰਤਾ ਸਹਿਤ ਆਪ ਜੀ ਨੂੰ ਸੁੱਧ ਬਾਣੀ ਸੁਣਾਵਾਂਗਾ। ਸੁਧ ਪਾਠ ਜਿਮ ਜਪ ਕੋ ਜੋਏ। ਜਿਸ ਤਰ੍ਹਾਂ ਜਪਜੀ ਸਾਹਿਬ ਜੀ ਦਾ ਸੁੱਧ ਪਾਠ ਹੈ ਸਾਧ ਸੰਗਤ ਜੀ, ਜਪ ਬਾਣੀ ਦਾ ਨਾਮ ਹੈ ਜੀ। ਆਪਾਂ ਸਤਿਕਾਰ ਨਾਲ ਕਹਿੰਦੇ ਆ ਜਦੋਂ ਆਪ ਪੁਰਾਤਨ ਸਰੂਪਾਂ ਦੇ ਦਰਸ਼ਨ ਕਰੋ ਤੇ ਉੱਥੇ ਜਪ ਨਿਸ਼ਾਨ ਵੀ ਜ਼ਿਕਰ ਆਉਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਇਹ ਪਵਿੱਤਰ ਬਾਣੀ ਭਾਈ ਗੋਪਾਲਾ ਜੀ ਕਹਿੰਦੇ ਮਹਾਰਾਜ ਮੈਂ ਸੁੱਧ ਜਪਜੀ ਸਾਹਿਬ ਦਾ ਪਾਠ ਸੁਣਾਵਾਂਗਾ। ਸੁਣਤ ਗਰੀਬ ਨਿਵਾਜ ਬਖਾਨਾ। ਸੁਣ ਕੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ, ਅੱਛੀ ਬਾਤ ਥਿਰੋ ਇਸ ਥਾਨਾ। ਮਹਾਰਾਜ ਕਹਿੰਦੇ ਬਹੁਤ ਚੰਗੀ ਗੱਲ ਹੈ ਭਾਈ ਸਿੱਖਾ, ਆ ਇਸ ਥਾਂ ਦੇ ਉੱਪਰ ਟਿਕਣਾ ਕਰ। ਨਿਜ ਸਨਮੁਖ ਆਸਨ ਦਿਸਵਾਵਾ। ਸੱਚੇ ਪਾਤਸ਼ਾਹ ਜੀ ਨੇ ਆਪਣੇ ਤਖਤ ਦੇ ਸਨਮੁਖ ਗਰੀਬ ਨਵਾਜ ਨੇ ਆਸਣ ਜਿਹੜਾ ਸੀ ਉਹ ਲਗਵਾਉਣਾ ਕੀਤਾ। ਪਰ ਆਇਸ ਤਿਸ ਪਰ ਬੈਠਾਵਾ। ਮਹਾਰਾਜ ਨੇ ਆਗਿਆ ਕੀਤੀ ਕਿ ਭਾਈ ਗੋਪਾਲਾ ਇਸ ਆਸਣ ਤੇ ਬਹਿਣਾ ਕਰ। ਸਿੱਖ ਵੇਖ ਰਹੇ ਸੀ, ਭਾਈ ਗੋਪਾਲਾ ਜੀ ਵੇਖ ਰਹੇ ਸਨ ਕਿ ਉਹ ਆਸਣ ਹਜੂਰ ਦੀ ਗੁਰਤਾ ਗੱਦੀ ਤੋਂ ਵੀ ਉੱਚਾ ਸੀਗਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਬਾਣੀ ਦਾ ਅਦਬ ਸਿਖਾਇਆ ਹੈ। ਸਾਧ ਸੰਗਤ ਜੀ ਜਦੋਂ ਕੋਈ ਬਾਣੀ ਦਾ ਗੁਟਕਾ ਸਾਹਿਬ ਸਾਡੇ ਕੋਲ ਹੋਵੇ ਫਿਰ ਕਿਸੇ ਵੀ ਜੋ ਕੋਈ ਉੱਚੇ ਥਾਂ ਤੇ ਬੈਠਾ ਹੈ ਤੇ ਉਹਦੇ ਨਾਲੋਂ ਨੀਵੇਂ ਥਾਂ ਤੇ ਨਹੀਂ ਬਹਿਣਾ ਚਾਹੀਦਾ, ਕਿਉਂਕਿ ਤੁਹਾਡੇ ਕੋਲ ਬਾਣੀ ਦਾ ਗੁਟਕਾ ਸਾਹਿਬ ਹੈ। ਸਤਿਗੁਰੂ ਜੀ ਦੀ ਬਾਣੀ ਦਾ ਅਦਬ ਕਰਨਾ ਚਾਹੀਦਾ ਹੈ। ਇਹ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਿੱਖਿਆ ਸਿਖਾਈ। ਵੇਖਣ ਵਾਲੀ ਸੰਗਤ ਹੈਰਾਨ ਸੀ, ਸਿੱਖ ਹੈਰਾਨ ਸਨ ਕਿ ਮਹਾਰਾਜ ਨੇ ਆਪਣੇ ਗੁਰਿਆਈ ਤਖਤ ਤੋਂ ਵੀ ਉੱਚਾ ਤਖਤ ਲਵਾ ਦਿੱਤਾ ਸਿੱਖ ਵਾਸਤੇ। ਸਤਿਗੁਰੂ ਜੀ ਨੇ ਆਗਿਆ ਕੀਤੀ ਭਾਈ ਗੋਪਾਲਾ ਇਸ ਦੇ ਉੱਪਰ ਬੈਠ। ਭਾਈ ਗੋਪਾਲਾ ਜੀ ਦਾ ਮਨ ਸੰਕੋਚਿਆ, ਮਹਾਰਾਜ ਤੋਂ ਉੱਪਰ ਬੈਠਾ। ਫਿਰ ਆਖਿਆ ਸਤਿਗੁਰੂ ਜੀ ਦੀ ਲੀਲਾ ਗਰੀਬ ਨਵਾਜ ਦੀ। ਮਹਾਰਾਜ ਵੇਖੋ ਜਪਜੀ ਸਾਹਿਬ ਦੀ ਬਾਣੀ ਦਾ ਕਿੱਡਾ ਸਤਿਕਾਰ ਕਰਦੇ ਐ। ਸਾਧ ਸੰਗਤ ਜੀ ਜਿਨ੍ਹਾਂ ਦੇ ਪਵਿੱਤਰ ਦਿਹਾੜੇ ਮਨਾ ਰਹੇ ਹਾਂ, ਸੰਤ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਜਦੋਂ ਬਾਣੀ ਸੁਣਿਆ ਕਰਦੇ ਤੇ ਉੱਚੇ ਥਾਂ ਤੇ ਬਿਠਾਇਆ ਕਰਦੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਬਾਣੀ ਸੁਣਦੇ, ਆਪਣੇ ਆਸਣ ਨਾਲੋਂ ਉੱਚਾ ਆਸਣ ਹੁੰਦਾ ਜਿਸ ਸਿੰਘ ਨੇ ਬਾਣੀ ਸੁਣਾਉਣੀ ਹੁੰਦੀ।
ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਬਾਣੀ ਸੁਣਦੇ ਸਰਾਣੇ ਵਾਲੇ ਪਾਸੇ ਅਸੀਂ ਬਾਣੀ ਸੁਣਾਉਂਦਿਆਂ ਬੈਠਦੇ ਰਹੇ ਹਾਂ। ਮਹਾਂਪੁਰਖਾਂ ਦੇ ਇਹ ਬਾਣੀ ਦਾ ਅਦਬ ਹੈ, ਸਤਿਗੁਰੂ ਜੀ ਨੇ ਸਿਖਾਇਆ ਏ। ਮਹਾਰਾਜ ਕਹਿੰਦੇ ਨੇ ਭਾਈ ਗੋਪਾਲਾ ਇਸ ਆਸਣ ਤੇ ਬੈਠਣਾ ਕਰ, ਕਰੋ ਸੁਨਾਵਨ ਸੁਧ ਜਪ ਮੋਹੀ। ਮਹਾਰਾਜ ਕਹਿੰਦੇ ਸੁਧ ਜਪਜੀ ਸਾਹਿਬ ਦਾ ਪਾਠ ਜਿਹੜਾ ਸਾਨੂੰ ਸੁਣਾਉਣਾ ਕਰ। ਜਾਚੈ ਕਹਿ ਜੋ ਦੇਵੋ ਤੋਹੀ। ਜੋ ਵੀ ਜਾਚੇਗਾ ਨਾ ਭਾਈ ਗੋਪਾਲਿਆ, ਜੋ ਵੀ ਮੰਗੇਗਾ ਉਹ ਹੀ ਮਹਾਰਾਜ ਕਹਿੰਦੇ ਤੈਨੂੰ ਦੇ ਦੇਵਾਂਗੇ। ਬੈਠਿਓ ਸਨਮੁਖ ਲਗੇ ਉਚਾਰਨ। ਜਦੋਂ ਸਾਹਮਣੇ ਭਾਈ ਗੋਪਾਲਾ ਜੀ ਬੈਠ ਗਏ ਸੱਚੇ ਪਾਤਸ਼ਾਹ ਜੀ ਦੇ, ਤੇ ਜਪਜੀ ਸਾਹਿਬ ਦਾ ਪਾਠ ਸਾਧ ਸੰਗਤ ਜੀ ਭਾਈ ਗੋਪਾਲਾ ਜੀ ਨੇ ਆਰੰਭ ਜਦੋਂ ਕੀਤਾ ਏ, ਸਿਮਰਿਓ ਸ੍ਰੀ ਨਾਨਕ ਸੁਖ ਕਾਰਨ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਸਿਮਰਿਆ ਭਾਈ ਗੋਪਾਲਾ ਜੀ ਨੇ। हे ਸੁੱਖਾਂ ਦੇ ਦੇਣ ਵਾਲੇ ਗੁਰੂ ਨਾਨਕ ਸਾਹਿਬ, ਆਪ ਰਹਿਮਤ ਕਰਿਓ, ਕਿਰਪਾ ਕਰਿਓ। ਗੁਰੂ ਨਾਨਕ ਸਾਹਿਬ ਨੂੰ ਆਪਣੇ ਧਿਆਨ ਵਿੱਚ ਲਿਆ ਕੇ ਭਾਈ ਗੋਪਾਲਾ ਜੀ ਨੇ ਨਮਸਕਾਰ ਕੀਤੀ ਹੈ। ਪੂਰਬ ਕਹਿ ਇੱਕ ਓੰਕਾਰਾ। ਫਿਰ ਪੂਰਬ ਸਭ ਤੋਂ ਪਹਿਲਾਂ ਜਿਵੇਂ ਆਰੰਭ ਹੁੰਦਾ ਹੈ ਸ੍ਰੀ ਜਪਜੀ ਸਾਹਿਬ ਦਾ ਪਾਠ, ਇੱਕ ਓੰਕਾਰ ਭਾਈ ਗੋਪਾਲਾ ਜੀ ਨੇ ਜਦੋਂ ਆਪਣੇ ਮੁਖ ਤੋਂ ਉਚਾਰਨ ਕੀਤਾ ਏ। ਸਤਨਾਮ ਕੋ ਬਹੁਰ ਉਚਾਰਾ। ਬਹੁਰੋ ਸਤਨਾਮ ਆਪਣੇ ਮੁਖ ਤੋਂ ਜਿਸ ਵਕਤ ਕਿਹਾ ਹੈ। ਸ੍ਰੀ ਹਰਿਗੋਬਿੰਦ ਸੁਨ ਕਰ ਜੋਰ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਖਤ ਤੇ ਬੈਠੇ ਨੇ ਹਜੂਰ। ਮਹਾਰਾਜ ਨੇ ਇਹ ਬਾਣੀ ਦੀ ਆਵਾਜ਼ ਜਦੋਂ ਭਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਆਰੰਭ ਕੀਤਾ ਏ, ਇੱਕ ਓੰਕਾਰ ਸਤਨਾਮ, ਜਦੋਂ ਇਹ ਸ਼ਬਦ ਕਹੇ ਐ, ਸਤਿਗੁਰੂ ਜੀ ਨੇ ਆਪਣੇ ਦੋਵੇਂ ਹੱਥ ਗਰੀਬ ਨਵਾਜ ਨੇ ਜੋੜ ਲਏ ਆ। ਨਮਸਕਾਰ ਕੀਨੀ ਸਿੱਖ ਔਰ। ਸਤਿਗੁਰੂ ਜੀ ਨੇ ਭਾਈ ਗੋਪਾਲਾ ਜੀ ਨੂੰ ਨਮਸਕਾਰ ਕੀਤੀ ਹੈ। ਇਹ ਨਮਸਕਾਰ ਸਿੱਖ ਦੇ ਸਰੀਰ ਨੂੰ ਭਾਵੇਂ ਵੇਖੋ ਕਰ ਰਹੇ ਐ, ਪਰ ਸਤਿਗੁਰੂ ਜੀ ਉਸ ਸਮੇਂ ਜਪਜੀ ਸਾਹਿਬ ਨੂੰ ਨਮਸਕਾਰ ਕਰ ਰਹੇ। ਗਰੀਬ ਨਵਾਜ ਸੱਚੇ ਪਾਤਸ਼ਾਹ ਬਾਣੀ ਨੂੰ ਮੱਥਾ ਟੇਕ ਰਹੇ ਐ। ਦੱਸਿਆ ਸਤਿਗੁਰੂ ਜੀ ਨੇ ਸਾਨੂੰ ਦਰਸਾਇਆ ਏ ਕਿ ਸਿੱਖ ਬਾਣੀ ਪੜ੍ਹਦਾ ਹੋਵੇ ਤੇ ਸਾਨੂੰ ਕਿੰਨਾ ਅਦਬ ਕਰਨਾ ਚਾਹੀਦਾ, ਕਿੰਨਾ ਸਤਿਕਾਰ ਕਰਨਾ ਚਾਹੀਦਾ ਹੈ। ਸੱਚੇ ਪਾਤਸ਼ਾਹ ਜੀ ਨੇ ਤਖਤ ਤੇ ਬੈਠਿਆਂ ਦੋਵੇਂ ਹੱਥ ਜੋੜ ਭਾਈ ਗੋਪਾਲਾ ਜੀ ਨੂੰ ਨਮਸਕਾਰ ਕੀਤੀ ਹੈ। ਪਠਿਓ ਮੰਗਲਾ ਚਰਨ ਬਹੌਰੀ। ਬਹੁਰੋ ਫਿਰ ਭਾਈ ਗੋਪਾਲਾ ਜੀ ਨੇ ਮੰਗਲਾ ਚਰਨ ਜਿਹੜਾ ਹੈ ਸਾਧ ਸੰਗਤ ਜੀ ਇਹ ਪੜਨਾ ਕੀਤਾ ਏ। ਵਰਣਨ ਕੀਨਸ ਜੋ ਖਟ ਪੌਰੀ। 6 ਪੌੜੀਆਂ ਜਿਹੜੀਆਂ ਆਪਣੇ ਮੁਖ ਤੋਂ ਭਾਈ ਗੋਪਾਲਾ ਜੀ ਨੇ ਪੜੀਆਂ ਹਨ ਇੱਕ ਚਿੱਤ ਹੋ ਕਰਕੇ। ਜੇ ਜੁਗ ਚਾਰੇ ਜੁਤ ਅਨੁਰਾਗ। ਜਿਹੜੀ ਸਾਧ ਸੰਗਤ ਜੀ ਜੇ ਜੁਗ ਚਾਰੇ ਹਾਰ ਜਾ ਹੋਰ ਦਸੂਣੀ ਹੋਏ, ਇਹ ਬੈਰਾਗ ਵਾਲੀ ਪੌੜੀ ਹੈ ਜਿਹਦੇ ਅੰਦਰ ਬੈਰਾਗ ਭਰਿਆ ਹੋਇਆ ਹੈ। ਇਹ ਬੈਰਾਗ ਦਾ ਹੀ ਸਹਿਤ ਭਾਈ ਗੋਪਾਲਾ ਜੀ ਨੇ ਆਪਣੇ ਮੁਖ ਤੋਂ ਪੜ੍ਹੀ ਹੈ। ਪਠੀ ਕਹਿਓ ਜਿਸਮੈ ਬੈਰਾਗ। ਸਤਿਗੁਰੂ ਜੀ ਦੀ ਇਹ ਪੌੜੀ ਬਾਣੀ ਦੀ ਪੜ੍ਹੀ ਹੈ ਜਿਸ ਅੰਦਰ ਮਹਾਰਾਜ ਜੀ ਨੇ ਬੈਰਾਗ ਕਥਨ ਕੀਤਾ ਹੈ। ਗੌਰ ਚਤੁਰ ਪਠ ਸ਼ਰਵਣ ਮਹਾਤਮ। ਫਿਰ ਸਾਧ ਸੰਗਤ ਜੀ 4 ਪੌੜੀਆਂ ਜਿਨ੍ਹਾਂ ਵਿੱਚ ਮਹਾਰਾਜ ਜੀ ਨੇ ਸਰਵਣ ਦਾ ਮਹਾਤਮ ਕਿਹਾ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼। ਇਹ 4 ਪੌੜੀਆਂ ਜਿਨ੍ਹਾਂ ਦੇ ਅੰਦਰ ਮਹਾਰਾਜ ਨੇ ਸਰਵਣ ਦਾ ਮਹਾਤਮ ਕਿਹਾ ਹੈ, ਇਹ ਭਾਈ ਗੋਪਾਲਾ ਜੀ ਨੇ ਪੜੀਆਂ ਨੇ। ਕਰਬੇ ਸ਼ਰਵਣ ਬ੍ਰਹਮ ਅਨਦਾਤ। ਤੇ ਜਿਸ ਦੇ ਅੰਦਰ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਭਾਈ ਨਾਮ ਦੇ ਸਰਵਣ ਕਰਕੇ ਬ੍ਰਹਮ ਗਿਆਨ ਦਾ ਆਨੰਦ ਪ੍ਰਾਪਤ ਹੁੰਦਾ ਏ। ਬਹੁਰ ਮੰਨਨ ਕੀ ਪਵਰੀ 4। ਫਿਰ ਮੰਨਣ ਦੀਆਂ ਜਿਹੜੀਆਂ 4 ਪੌੜੀਆਂ ਨੇ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੈ ਪਛੁਤਾਏ। ਇਹ ਭਾਈ ਗੋਪਾਲਾ ਜੀ ਨੇ 4 ਪੌੜੀਆਂ ਮੰਨਣ ਦੀਆਂ ਜਿਹੜੀਆਂ ਹਨ ਆਪਣੇ ਮੁਖ ਤੋਂ ਪੜੀਆਂ ਨੇ। ਕਰੀ ਸੁਨਾਵਨ ਸੁਧ ਉਚਾਰ। ਸੁਧ ਲਗਾ ਮਾਤਰਾ ਸਾਰੀਆਂ ਲਾ ਕਰਕੇ ਜਪਜੀ ਸਾਹਿਬ ਦੀ ਬਾਣੀ ਦਾ ਪੜਨਾ ਸਾਧ ਸੰਗਤ ਜੀ ਬੜਾ ਮਹਿੰਗਾ ਏ। ਕਈ ਇਉਂ ਅੱਜ ਕੱਲ ਸਿੱਖ ਜਦੋਂ ਸੰਥਿਆ ਕਰਨ ਆਉਂਦੇ ਆ ਨਾ, ਉਹ ਕਹਿੰਦੇ ਬਾਬਾ ਜੀ ਜਪਜੀ ਸਾਹਿਬ ਤਾਂ ਮੈਨੂੰ ਆਉਂਦਾ ਹੈ ਪਰ ਜਾਪ ਸਾਹਿਬ ਨਹੀਂ ਆਉਂਦਾ। ਉਹ ਸਮਝਦੇ ਕਿ ਜਾਪ ਸਾਹਿਬ ਦਾ ਪੜਨਾ ਮਹਿੰਗਾ ਹੈ ਤੇ ਜਪਜੀ ਸਾਹਿਬ ਤਾਂ ਸੌਖਾ ਹੀ ਹੈ। ਸਾਧ ਸੰਗਤ ਜੀ ਸਭ ਤੋਂ ਮਹਿੰਗੀ ਬਾਣੀ ਜਪਜੀ ਸਾਹਿਬ ਪੜ੍ਹਨੀ ਹੈ। ਬਹੁਤ ਵਧੇਕ ਲਗਾ ਮਾਤਰਾ ਨੇ ਹਾਹਿਆਂ ਦਾ ਉਚਾਰਨ ਕਰਨਾ, ਕਿਉਂਕਿ ਜਿਹੜੇ ਹਾਹੇ ਉਚਾਰਨ ਕਰਨੇ ਆ ਨਾ, ਜਿੱਥੇ ਬਾਣੀ ਸਾਨੂੰ ਅਧਿਆਤਮਿਕ ਤੌਰ ਤੇ ਆਨੰਦ ਦਿੰਦੀ ਹੈ, ਇਹ ਬਾਣੀ ਦਾ ਉਚਾਰਨ ਸਰੀਰਕ ਪ੍ਰਕਿਰਿਆ ਨੂੰ ਵੀ ਇੰਨਾ ਸੁੱਧ ਕਰਦਾ ਹੈ ਕਿ ਸਾਰੇ ਰੋਗ ਹੀ ਨਾਸ਼ ਹੋ ਜਾਂਦੇ। ਸਰੀਰ ਦੇ ਰੋਗਾਂ ਨੂੰ ਵੀ ਨਾਸ਼ ਕਰਦੀ। ਸਮਾਂ ਨਹੀਂ ਇੰਨਾ ਕਿ ਮੈਂ ਹੋਰ ਪ੍ਰਮਾਣ ਦਿਆਂ। ਇਹ ਹਾਹਿਆਂ ਦਾ ਉਚਾਰਨ ਕਰਨਾ, ਸਿਹਾਰੀਆਂ ਤੇ ਔਂਕੜਾਂ ਦਾ ਉਚਾਰਨ ਕਰਨਾ, ਜਿਹੜਾ ਪੂਰਨ ਤੌਰ ਤੇ ਸੁੱਧ ਬਾਣੀ ਪੜ੍ਹਦਾ ਹੈ ਨਾ ਜੀ ਜਾਣ ਲਾ ਕੇ, ਉਹਦੇ ਸਰੀਰਕ ਰੋਗਾਂ ਨੂੰ ਵੀ ਨਾਸ਼ ਕਰਦੀ ਹੈ, ਮਾਨਸਿਕ ਪੀੜਾ ਦਾ ਨਾਸ਼ ਕਰਦੀ ਹੈ ਮਹਾਰਾਜ ਦੀ ਬਾਣੀ। ਤੇ ਸਾਧ ਸੰਗਤ ਜੀ
ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਐ, ਗਰੀਬ ਨਵਾਜ ਸਤਿਗੁਰੂ ਦੀ ਇਹ ਪਵਿੱਤਰ ਬਾਣੀ ਉਹਨਾਂ ਨੂੰ ਸਾਰੇ ਭੋਗ ਮੋਖ ਬਖਸ਼ਿਸ਼ ਕਰਦੀ ਹੈ। ਇਉਂ ਸੱਚੇ ਪਾਤਸ਼ਾਹ ਜੀ ਬਾਣੀ ਦੀ ਮਹਿਮਾ ਮਹਾਰਾਜ ਦੇ ਸਿੱਖਾਂ ਨੂੰ ਦਿਖਾ ਰਹੇ ਆ। ਉਨਹਿ ਪਠਤ ਭਾ ਪੰਚ ਪ੍ਰਵਾਨ, ਫਿਰ ਸਾਧ ਸੰਗਤ ਜੀ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ। ਭਾਈ ਗੋਪਾਲਾ ਜੀ ਬਾਣੀ ਪੜ੍ਹ ਰਹੇ ਆ, ਸੁਣਦੇ ਸਿੱਖ ਵਿਸਵਾਦ ਹੋ ਰਹੇ ਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਦੀਆਂ ਪਲਕਾਂ ਜੁੜੀਆਂ ਹੋਈਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਚਿੱਤ ਹੋ ਕਰਕੇ ਗਰੀਬ ਨਵਾਜ ਆਪਣੇ ਨਿਜ ਸਰੂਪ ਵਿੱਚ ਟਿਕੇ ਹੋਏ ਸਿੱਖ ਦੇ ਮੁਖ ਤੋਂ ਮਹਾਰਾਜ ਬਾਣੀ ਸੁਣ ਰਹੇ ਆ। ਪੰਜ ਪ੍ਰਵਾਨ ਦੀ ਪੌੜੀ ਚੱਲੀ ਹੈ ਜਦੋਂ ਭਾਈ ਗੋਪਾਲਾ ਜੀ ਪੜ੍ਹ ਰਹੇ ਆ। ਨਿਧਿਆਸਨ ਜੈ ਕੀਨ ਬਖਾਨ, ਜਿਹਦੇ ਅੰਦਰ ਮਹਾਰਾਜ ਜੀ ਨੇ ਨਿਧਿਆਸਨ ਕਮਾਈ ਦੱਸੀ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ। ਤੂੰ ਸਦਾ ਸਲਾਮਤ ਨਿਰੰਕਾਰ, ਫਿਰ ਪੰਕਤੀਆਂ ਪੜੀਆਂ ਨੇ ਤੂੰ ਸਦਾ ਸਲਾਮਤ ਨਿਰੰਕਾਰ। ਇਹ ਭਾਈ ਗੋਪਾਲਾ ਜੀ ਪੜ੍ਹ ਰਹੇ ਆ। ਸਖਿਆਤਕਾਰ ਪਰ ਤੁਕੇ ਚਾਰ, ਇਹ ਚਾਰ ਤੁਕਾਂ ਵਾਹਿਗੁਰੂ ਦੇ ਸਾਖਿਆਤਕਾਰ ਹੋਣ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਨਿਸ਼ਚਾ ਆਵੇ ਨਾ ਕਿ ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਰਹਿਣ ਵਾਲਾ ਹੈ, ਤੂੰ ਸਦਾ ਕਾਇਮ ਹਸਤੀ ਹੈ ਤੇਰੀ, ਤੂੰ ਪ੍ਰਕਾਸ਼ ਸਰੂਪ ਹੈ। ਇਹ ਮਹਾਰਾਜ ਜੀ ਨੇ ਸਾਖਿਆਤਕਾਰਤਾ ਦੇ ਉੱਤੇ ਸਾਧ ਸੰਗਤ ਜੀ ਪੰਕਤੀਆਂ ਕਹੀਆਂ ਨੇ। ਪਠੀ ਅਸੰਖਨ ਪਵਰੀ ਫੇਰ, ਫਿਰ ਅਸੰਖ ਨਾਭ ਅਸੰਖ ਥਾਵ। ਇਹ ਪੌੜੀ ਭਾਈ ਗੋਪਾਲਾ ਜੀ ਨੇ ਪੜ੍ਹੀ ਹੈ। ਸ਼ਕਤ ਸ਼ਾਕਤੀ ਪ੍ਰਥਮ ਸੁਹੇਰ, ਜਿਹਦੇ ਅੰਦਰ ਸ਼ਾਂਤ ਕੀ ਦੁਨੀਆ ਦੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਧ ਸੰਗਤ ਜੀ ਜ਼ਿਕਰ ਕੀਤਾ ਹੈ। ਸ਼ਾਂਤ ਕੀ ਬਿਰਤੀ ਦਾ ਮਹਾਰਾਜ ਜੀ ਨੇ ਕਥਨ ਕੀਤਾ ਹੈ ਕਿ ਕਿੰਨੇ ਕਿੰਨੇ ਨਾਮ ਜਪਣ ਵਾਲੇ ਅਸੰਖੀ ਆ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾਂਦੀ। ਕਿੰਨੇ ਤਪ ਕਰਦੇ ਆ, ਕਿੰਨੇ ਮਹਾਰਾਜ ਕਹਿੰਦੇ ਭਾਈ ਹੋਰ ਤਰ੍ਹਾਂ ਦੇ ਸਾਧਨ ਸਾਰੇ ਮਹਾਰਾਜ ਨੇ ਸ਼ਾਂਤ ਕੀ ਇਹ ਪੌੜੀ ਜਿਹੜੀ ਆ ਉਚਾਰਨ ਕੀਤੀ ਹੈ। ਗੌਰ ਤਾਮਸੀ ਸ਼ਕਤ ਬਖਾਨੀ, ਫਿਰ ਮਹਾਰਾਜ ਜੀ ਨੇ ਤਾਮਸੀ ਸ਼ਕਤੀ ਜਿਹੜੀ ਆ ਉਹ ਦੱਸੀ ਹੈ ਕਿ ਅਸੰਖ ਮੂਰਖ ਅੰਧ ਘੋਰ। ਮਹਾਰਾਜ ਜੀ ਨੇ ਇਸ ਦੇ ਅੰਦਰ ਜਿਹੜਾ ਤਾਮਸੀ ਦੁਨੀਆ ਉਹਦਾ ਜ਼ਿਕਰ ਕੀਤਾ ਹੈ। ਜਿਨ ਕੋ ਅੰਤ ਨਾ ਕਿਨਹੂ ਜਾਣੀ, ਮਹਾਰਾਜ ਨੇ ਦੱਸਿਆ ਕਿ ਜਿਸ ਦਾ ਕੋਈ ਵੀ ਭਾਈ ਅੰਤ ਨਹੀਂ ਪਾ ਸਕਦਾ ਹੈ। ਚਾਰ ਪ੍ਰਕਾਰਨ ਬ੍ਰਹਮ ਜੋ ਗਿਆਨਾ, ਸਤਿਗੁਰੂ ਜੀ ਨੇ ਚਾਰ ਪ੍ਰਕਾਰ ਦਾ ਜੋ ਬ੍ਰਹਮ ਗਿਆਨ ਹੈ ਸਗਲ ਸੁਨਾਵਨ ਕੀਨ ਬਖਾਨਾ। ਇਹਦੇ ਅੰਦਰ ਮਹਾਰਾਜ ਜੀ ਨੇ ਬਾਣੀ ਦੇ ਅੰਦਰ ਕਹਿ ਕਰਕੇ ਸਤਿਗੁਰੂ ਜੀ ਨੇ ਵਿਖਿਆਨ ਕੀਤਾ ਹੈ, ਦੱਸਿਆ ਹੈ। ਕੁਨ ਬੇਤੰਤਾ ਕਹੀ ਬ੍ਰਹਮ ਕੀ, ਫਿਰ ਪੜੋ। ਕੁਨ ਬੇਤਤਾ ਕਹੀ ਬ੍ਰਹਮ ਕੀ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬ੍ਰਹਮ ਦੀ ਜਿਹੜੀ ਹੈ ਨਾ ਸਾਧ ਸੰਗਤ ਜੀ ਸਾਖਿਆਤਕਾਰਤਾ ਇਹ ਕਹਿਣਾ ਕੀਤੀ ਹੈ। ਜੀਵ ਈਸ ਇਕਤਾ ਕਰ ਸਮ ਕੀ, ਜਿੱਥੇ ਜੀਵ ਤੇ ਈਸ਼ ਦੀ ਏਕਤਾ ਹੋ ਜਾਂਦੀ ਹੈ, ਜੀਵ ਨਹੀਂ ਰਹਿੰਦਾ ਤੇ ਸਾਧ ਸੰਗਤ ਜੀ ਉਹ ਬ੍ਰਹਮ ਵਿੱਚ ਲੀਨ ਹੋ ਜਾਂਦਾ ਹੈ। ਇਹ ਸੱਚੇ ਪਾਤਸ਼ਾਹ ਮਹਾਰਾਜ ਨੇ ਜੀਵ ਨੂੰ ਬ੍ਰਹਮ ਵਿੱਚ ਲੀਨ ਹੋਣ ਦੀ ਬਖਸ਼ਿਸ਼ ਜਿਹੜੀ ਆ ਪੌੜੀਆਂ ਦੇ ਅੰਦਰ ਕਹੀ ਹੈ। ਸਨੈ ਸਨੈ ਸਭ ਕੀਨ ਸੰਭਾਰ, ਸਨੇ ਸਨੇ ਹੌਲੀ ਹੌਲੀ ਭਾਈ ਗੋਪਾਲਾ ਜੀ ਨੇ ਸਾਰੀ ਬਾਣੀ ਜਿਹੜੀ ਆ ਬੜੀ ਸੰਭਾਲ ਕਰਕੇ ਸੁਰਤ ਇੱਕ ਟਿਕਾ ਕਰਕੇ ਪੜ੍ਹੀ ਹੈ। ਮਾਤਰਾ ਵਰਣ ਭਲੇ ਨਿਰਧਾਰ, ਭਲੇ ਚੰਗੀ ਤਰੀਕੇ ਨਾਲ ਮਾਤਰਾ ਵੀ ਸਾਰੀਆਂ ਨਾਲ ਲਾਈਆਂ ਤੇ ਵਰਣ ਅੱਖਰਾਂ ਦਾ ਵੀ ਸੁੱਧ ਉਚਾਰਨ ਕੀਤਾ ਹੈ। ਸੁਨ ਸਤਿਗੁਰ ਤਬ ਹਿਰਦੇ ਵਿਚਾਰੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਾਣੀ ਸੁਣ ਰਹੇ ਹੈ। ਮਹਾਰਾਜ ਜੀ ਨੇ ਤਦੋਂ ਫਿਰ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ। ਜਪ ਕੇ ਸਮ ਕਿਆ ਵਸਤੂ ਉਦਾਰੀ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਮਨ ਵਿੱਚ ਸੋਚਦੇ ਐ ਕਿ ਸਿੱਖ ਨੇ ਸਾਨੂੰ ਜਪਜੀ ਸਾਹਿਬ ਸੁਣਾਇਆ ਹੈ ਤੇ ਜਪਜੀ ਸਾਹਿਬ ਦੀ ਬਾਣੀ ਦੇ ਬਰਾਬਰ ਹੁਣ ਕੀ ਭੇਟ ਦਈਏ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਭੇਟ ਕਰਨ ਵਾਸਤੇ ਹਜੂਰ ਵਿਚਾਰ ਕਰਨ ਲੱਗ ਪਏ। ਜੋ ਇਸ ਕੋ ਅਬ ਦੈਬੋਂ ਕਰੈ, ਜੋ ਸਿੱਖ ਭਾਈ ਗੋਪਾਲੇ ਨੂੰ ਹੁਣ ਅਸੀਂ ਭੇਟ ਦੇਣਾ ਕਰੀਏ। ਕੋਈ ਨਾ ਸਮਤਾ ਕਿਆ ਹੋ ਧਰੈ, ਮਹਾਰਾਜ ਨੇ ਸਾਰੀ ਕਾਇਨਾਤ ਵਿੱਚ ਤਿੰਨਾਂ ਲੋਕਾਂ ਵਿੱਚ ਨਿਗਾਹ ਮਾਰੀ, ਜਪਜੀ ਸਾਹਿਬ ਦੇ ਬਰਾਬਰ ਹਜੂਰ ਨੂੰ ਕੋਈ ਭੇਟਾ ਹੀ ਨਹੀਂ ਦਿਸੀ ਸੱਚੇ ਪਾਤਸ਼ਾਹ ਨੂੰ। ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਕਿ ਜਪਜੀ ਸਾਹਿਬ ਦੇ ਬਰਾਬਰ ਤਾਂ ਕੁਝ ਵੀ ਨਹੀਂ ਹੈ। ਜੋ ਸਗਰੇ ਜਗ ਕੀ ਗੁਰਿਆਈ, ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਵਿਚਾਰਿਆ ਕਿ ਜੋ ਇਸ ਕਾਇਨਾਤ ਦੇ ਅੰਦਰ ਸਭ ਤੋਂ ਸ਼ਰਮੌਰ ਗੁਰੂ ਨਾਨਕ ਸਾਹਿਬ ਜੀ ਦੀ ਗੁਰਿਆਈ ਤਖਤ ਹੈ। ਇਹ ਦਹਿ ਨਿਸ਼ਚੈ ਠਹਿਰਾਈ, ਮਹਾਰਾਜ ਨੇ ਨਿਸ਼ਚਾ ਠਹਿਰਾ ਲਿਆ ਕਿ ਭਾਈ ਗੋਪਾਲੇ ਨੂੰ ਗੁਰਿਆਈ ਦੇ ਦਈਏ, ਗੁਰਤਾ ਦਾ ਤਖਤ ਦੇ ਦਈਏ। ਨਾਨਕ ਨਦਰੀ ਨਦਰ ਨਿਹਾਲ, ਇਧਰੋਂ ਭਾਈ ਗੋਪਾਲੇ ਨੇ ਨਾਨਕ ਨਦਰੀ ਨਦਰ ਨਿਹਾਲ ਪੰਕਤੀ ਪੜ੍ਹੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਤਖਤ ਤੋਂ ਗਰੀਬ ਨਵਾਜ ਉੱਠਣ ਲੱਗੇ ਆ ਵਡਿਆਈ ਦੇਣ ਵਾਸਤੇ। ਇਹ ਤੁਕ ਪਠੀ ਪ੍ਰੀਤ ਕੇ ਨਾਲ, ਇਹ ਤੁਕ ਪੜ੍ਹੀ ਹੈ ਭਾਈ
ਗੋਪਾਲਾ ਜੀ ਨੇ ਬੜੀ ਪ੍ਰੀਤ ਨਾਲ ਤਬ ਸਤਿਗੁਰ ਮਨ ਮੋਧ ਪਾਇਓ। ਤਦੋਂ ਸਤਿਗੁਰੂ ਜੀ ਨੇ ਆਪਣੇ ਮਨ ਵਿੱਚ ਬੜਾ ਆਨੰਦ ਪੈਦਾ ਕੀਤਾ, ਬਹੁਤ ਮਹਾਰਾਜ ਖੁਸ਼ ਹੋਏ। ਜਾਨੂ ਉਠਵੇ ਹੇਤ ਉਠਾਇਓ। ਮਹਾਰਾਜ ਜੀ ਨੇ ਆਪਣਾ ਗੋਡਾ ਜਿਹੜਾ ਸੀ ਨਾ, ਹਜੂਰ ਵੀਰਾਸਣ ਬੈਠੇ ਸੀ, ਸੱਚੇ ਪਾਤਸ਼ਾਹ ਨੇ ਸਿੱਧਾ ਕਰ ਲਿਆ। ਗਰੀਬ ਨਵਾਜ ਉੱਠਣ ਲੱਗੇ। ਤਿਲਕ ਦੇਨ ਕੋ ਚਾਹਿਓ ਹਿਰਦੈ। ਮਹਾਰਾਜ ਨੇ ਹਿਰਦੇ ਵਿੱਚ ਇੱਛਾ ਕਰ ਲਈ ਕਿ ਗੁਰਿਆਈ ਤਿਲਕ ਭਾਈ ਗੋਪਾਲੇ ਨੂੰ ਦੇ ਦਈਏ। ਸਿੱਖ ਨੇ ਕਰਿਓ ਮਨੋਰਥ ਤਬੈ। ਤੇ ਤਦੋਂ ਉਸੇ ਸਮੇਂ ਭਾਈ ਗੋਪਾਲੇ ਦੇ ਮਨ ਦੇ ਅੰਦਰ ਮਨੋਰਥ ਆ ਗਿਆ, ਸੰਕਲਪ ਆ ਗਿਆ। ਰਹਿਓ ਪੰਚਮੋ ਹੈ ਵੱਡ ਮੋਲ। ਕੀ ਆਇਆ ਸੰਕਲਪ ਕਿ ਬੜੇ ਵੱਡੇ ਮੁੱਲ ਵਾਲਾ ਇੱਕ ਪੰਜਵਾਂ ਘੋੜਾ ਇਕੱਲਾ ਹੀ ਰਹਿ ਗਿਆ ਏ। ਸੋ ਮੈਂ ਲਿਉ ਗੁਰ ਤੇ ਬੋਲ। ਸਤਿਗੁਰੂ ਜੀ ਦੇ ਕੋਲੋਂ ਮੈਂ ਉਹ ਬੇਨਤੀ ਕਰਕੇ ਮੰਗ ਕੇ ਘੋੜਾ ਲੈ ਲਵਾਂਗਾ। ਜੀਨ ਸਮੇਤ ਪਾਏ ਕਰ ਸੋਊ। ਤੇ ਕਾਠੀ ਉਹੋ ਹੀ ਸੋਨੇ ਵਾਲੀ ਪਾ ਕਰਕੇ ਘੋੜੇ ਦੇ ਉੱਪਰ ਚੜੋ ਤਸੀ ਪਰ ਮਨ ਮੁਦ ਹੋਊ। ਤੇ ਉਹਦੇ ਤੇ ਚੜਾਂਗਾ, ਫਿਰ ਮੈਨੂੰ ਬੜੀ ਮਨ ਵਿੱਚ ਖੁਸ਼ੀ ਹੋਵੇਗੀ, ਬੜਾ ਮਨ ਪ੍ਰਸੰਨ ਹੋਵੇਗਾ। ਆਸ ਅਸਵ ਪਰ ਹੋਵਨ ਅਸਵਾਰ। ਇਹੋ ਜੇ ਘੋੜੇ ਤੇ ਭਾਈ ਗੋਪਾਲਾ ਜੀ ਸੋਚਦੇ ਆ, ਜੇ ਕਿਤੇ ਅਸਵਾਰ ਹੋਣ ਨੂੰ ਮਿਲ ਜਾਵੇ ਮੌਕਾ, ਪਾਏ ਪ੍ਰਤੀ ਪਰ ਸੁਰਗ ਬਹਾਰ। ਇਹ ਤਾਂ ਫਿਰ ਧਰਤੀ ਤੇ ਸਵਰਗਾਂ ਦੀ ਬਹਾਰ ਆਨੰਦ ਪਾਉਣ ਵਰਗਾ ਨਜ਼ਾਰਾ ਏ। ਜਿਸ ਕੋ ਦੇਖ ਸੁਹਾਵਤ ਨੈਣ। ਜਿਸ ਨੂੰ ਵੇਖ ਕਰਕੇ ਨੈਣ ਹੀ ਬੜੇ ਪ੍ਰਫੁੱਲਤ ਹੋ ਜਾਂਦੇ, ਅੱਖਾਂ ਹੀ ਖਿੜ ਜਾਂਦੀਆਂ, ਇਹੋ ਜਿਹਾ ਸੁੰਦਰ ਘੋੜਾ ਏ। ਸੋ ਮੋਕੋ ਗੁਰ ਕਰ ਹੈ ਦੇਨ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਘੋੜਾ ਕਿਤੇ ਮੈਨੂੰ ਦੇ ਦੇਣ। ਮੁਖ ਮੰਗਿਓ ਦਹਿ ਕਹਿ ਲੀਨ। ਮਹਾਰਾਜ ਜੀ ਦੇ ਕੋਲੋਂ ਮੈਂ ਮੁੱਖੋਂ ਮੰਗ ਲਵਾਂਗਾ, ਸਤਿਗੁਰੂ ਜੀ ਦੇਣਗੇ, ਕਿਉਂਕਿ ਮਹਾਰਾਜ ਆਖਿਆ ਏ। ਏਵ ਮਨੋਰਥ ਕੋ ਮਨ ਕੀਨ। ਇਸ ਤਰ੍ਹਾਂ ਦਾ ਮਨੋਰਥ ਭਾਈ ਗੋਪਾਲਾ ਜੀ ਨੇ ਆਪਣੇ ਮਨ ਵਿੱਚ ਕੀਤਾ। ਜਬੈ ਪਿਕਿਓ ਗੁਰ ਚਰਨ ਉਠਾਇਓ। ਜਦੋਂ ਵੇਖਿਆ ਕਿ ਹਜੂਰ ਤੇ ਆਪਣਾ ਚਰਨ ਉਠਾ ਲਿਆ ਤਖਤ ਤੋਂ, ਪ੍ਰਭ ਮਾਇਆ ਨ ਤਬ ਵਿਚ ਲਾਇਓ। ਮਹਾਰਾਜ ਜੀ ਦੀ ਮਾਇਆ ਨੇ ਮਨ ਵਿਚਲਾ ਦਿੱਤਾ ਭਾਈ ਗੋਪਾਲਾ ਜੀ ਦਾ। ਸਮਝਿਓ ਹਿਰਦੇ ਗੁਰੂ ਅਵ ਚਲੈ। ਤੇ ਹਿਰਦੇ ਵਿੱਚ ਸਮਝ ਗਏ ਕਿ ਇਉਂ ਸੋਚਿਆ ਕਿ ਗੁਰੂ ਸਾਹਿਬ ਤਾਂ ਉੱਠ ਚੱਲੇ ਆ। ਸੁਨੈ ਸ਼ਲੋਕ ਨਾ ਸਭ ਫਲ ਫਲੇ। ਮਹਾਰਾਜ ਜੀ ਨੇ ਸ਼ਲੋਕ ਨਹੀਂ ਸੁਣਿਆ, ਜਿਸ ਕਰਕੇ ਕਿ ਮੈਨੂੰ ਸਾਰੇ ਫਲ ਫਲਨ ਭਾਗ ਪ੍ਰਾਪਤ ਹੋਣ। ਵਿਫਲ ਮਨੋਰਥ ਹੋਵਤ ਦੀਖਾ। ਤੇ ਵੇਖਿਆ ਭਾਈ ਗੋਪਾਲਾ ਜੀ ਨੇ ਕਿ ਮੇਰਾ ਤਾਂ ਮਨੋਰਥ ਹੀ ਸਾਰਾ ਬੇਫਲ ਹੋ ਚੱਲਿਆ, ਮੈਨੂੰ ਮਹਾਰਾਜ ਦਾਤ ਨਹੀਂ ਦੇ ਕੇ ਚੱਲੇ। ਰਹਿਓ ਸ਼ੂਸ਼ ਮੈਂ ਪ੍ਰਥਮ ਸਰੀਖਾ। ਮੈਂ ਤਾਂ ਪਹਿਲਾਂ ਵਰਗਾ ਹੀ ਖਾਲੀ ਰਹਿ ਗਿਆ ਹਾਂ। ਲਖ ਉਰ ਕੀ ਗੁਰ ਅੰਤਰ ਜਾਮੀ। ਅੰਤਰਜਾਮੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਭਾਈ ਗੋਪਾਲੇ ਦੇ ਅੰਦਰ ਦੀ ਗੱਲ ਜਾਣ ਕਰਕੇ ਬੋਲੇ ਕਾਂ ਕੀਨ ਤੈ ਕਾਮੀ। ਮਹਾਰਾਜ ਕਹਿੰਦੇ ਕੀ ਕਾਮਨਾ ਕਰ ਲਈ ਭਾਈ ਗੋਪਾਲਾ। ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਕਿਹਾ, ਸਾਧ ਸੰਗਤ ਜੀ ਸੂਈ ਉੱਪਰ ਚੜ੍ਹਦੀ ਜਾਂਦੀ ਹੈ। ਮੇਰਾ ਮਨ ਤਾਂ ਸੀਗਾ ਕਿ ਉੱਪਰ ਕਰਨ ਪੂਰਾ ਕਰ ਦਿੰਦੇ, ਪਰ ਆਪ ਸਿਮਰਨ ਕਰਨ ਵਾਸਤੇ ਆਉਂਦੇ ਹੋ। ਤੋ ਗਰੀਬ ਨਵਾਜ ਸਤਿਗੁਰੂ ਜੀ ਭਾਈ ਗੋਪਾਲਾ ਜੀ ਦੇ ਉੱਪਰ ਕੀ ਬਖਸ਼ਿਸ਼ਾਂ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕੀ ਬਚਨ ਸਿੱਖ ਨੂੰ ਕਹਿੰਦੇ ਆ ਹਜੂਰ ਬਾਣੀ ਸੁਣ ਕਰਕੇ। ਤੋ ਕੱਲ ਨੂੰ ਆਪਾਂ ਸਰਵਣ ਕਰਾਂਗੇ। ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਲਖ ਉਰ ਕੀ ਗੁਰ ਅੰਤਰ ਜਾਮੀ। ਬੋਲੇ ਕਾਂ ਕੀਨ ਤੈ ਕਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।